ਫਿਰ ਇੰਨੇ ਚ ਇਹ ਵੀ ਦੱਸ ਦਿਓ ਵੀ ਉਹ ਜਿਹੜੀ 40-45 ਹਜ਼ਾਰ ਦੀ ਕਹਿੰਦੇ ਟੀ-ਸ਼ਰਟ ਪਾਈ ਫਿਰਦੇ ਆ, ਸੱਚੀ ਉਹ ਇੰਨੇ ਦੀ ਹੈਗੀ ਆ? ਪਹਿਲੀ ਗੱਲ ਤਾਂ ਜੇ ਹੈਗੀ ਆ ਤਾਂ ਫਿਰ ਆਖਰਕਾਰ ਜੇ ਕਿਹਾ ਜਾਵੇ ਉਹ ਕਹਿੰਦੇ ਵੀ ਇਹ 'ਚ ਕਿੱਥੇ ਕਿੱਥੇ ਠੰਡ ਲੱਗਣੀ ਆ, ਕਹਿੰਦੇ ਇੰਨੇ ਦੇ ਸਹਾਰੇ ਤਾਂ ਬੰਦਾ ਵੈਸੇ ਉੱਡਿਆ ਫਿਰੀ ਜਾਂਦਾ। 40-45 ਹਜ਼ਾਰ ਦੀ ਟੀ-ਸ਼ਰਟ ਤਾਂ ਅੱਜ ਕੱਲ੍ਹ ਮਤਲਬ ਵੀ ਤੁਸੀਂ ਦੇਖ ਸਕਦੇ ਹੋ ਵੀ ਕੋਈ ਵੀ ਮੰਨ ਲਓ ਕੋਈ 100 ਕਿੱਲੇ ਵਾਲਾ ਜ਼ਿਮੀਂਦਾਰ ਉਹ ਵੀ ਪਾ ਕੇ ਘੁੰਮਦਾ ਜੀ। ਪੱਪੂ ਕਹਿ ਕੇ ਰਾਹੁਲ ਗਾਂਧੀ ਨੂੰ ਸੰਬੋਧਨ ਕੀਤਾ ਗਿਆ। ਹਾਲਾਂਕਿ ਚਲੋ ਕਿਸੇ ਵੀ ਲੀਡਰ ਦੀ ਸ਼ਾਨ ਦੇ ਵਿੱਚ ਬੋਲਣਾ ਬੜਾ ਗਲਤ ਹੁੰਦਾ, ਪਰ ਲੱਗਦਾ ਵੀ ਲੋਕਾਂ ਦੇ ਮਨਾਂ 'ਚ ਵੀ ਲੱਗਣ ਲੱਗ ਗਿਆ ਵੀ ਯਾਰ ਸੀਰੀਅਸਲੀ ਆਪਾਂ ਰਾਹੁਲ ਗਾਂਧੀ ਦੀ ਫਿਰ ਸੁਣੀਏ ਜਾਂ ਨਹੀਂ। ਜਿਹੜੀ ਇਹ ਯਾਤਰਾ ਤੁਸੀਂ ਇੰਨਾ ਲੰਬਾ ਸਫ਼ਰ ਤੈਅ ਕਰੇ, ਲੋਕ ਜਦੋਂ ਮਿਲਦੇ ਨੇ ਉਹ ਸੀਰੀਅਸਨੈਸ ਦੇ ਨਾਲ ਹੀ ਮਿਲਦੇ ਨੇ ਜਾਂ ਰਾਹੁਲ ਗਾਂਧੀ ਦਾ ਹਜੇ ਵੀ ਕਿਤੇ ਨਾ ਕਿਤੇ ਉਹ ਛਵੀ ਹੈ ਜਿਹੜੀ ਉਹ ਲੱਗੀ ਹੋਈ ਹੈਗੀ ਨਾ? ਬਾਈ ਜੀ ਹੁਣ 11 ਤਰੀਕ ਤੋਂ ਯਾਤਰਾ ਪੰਜਾਬ ਦੇ ਵਿੱਚ ਐਂਟਰ ਹੋਊਗੀ, ਤੁਸੀਂ ਚੰਗੀ ਤਰ੍ਹਾਂ ਉਹਦਾ ਐਕਸਪੀਰੀਅੰਸ ਕਰਿਓ ਆਪ ਵੀ ਜਾ ਕੇ। ਸਰ ਇੱਕ ਕਹਾਵਤ ਬਣੀ ਹੋਈ ਹੈ ਵੀ ਚਾਂਦੀ ਦੇ ਚਮਚਿਆਂ ਨਾਲ ਜਿਹੜੇ ਜੰਮੇ ਤਾਂ ਉਹਨਾਂ ਨੂੰ ਆਮ ਲੋਕਾਂ ਦਾ ਕੀ ਦਰਦ ਪਤਾ। ਤੇ ਚਾਂਦੀ ਦੇ ਚਮਚੇ ਲੈ ਕੇ ਪੈਦਾ ਹੋਏ, ਪਰ ਤੁਸੀਂ ਉਹ ਬੰਦੇ ਦੀ ਕੰਟਰੀਬਿਊਸ਼ਨ ਦੇਖੋ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹ ਚਾਹੁੰਦੇ ਤਾਂ ਪ੍ਰਧਾਨ ਮੰਤਰੀ ਉਦੋਂ ਵੀ ਬਣ ਸਕਦੇ ਸੀ। ਇਹ ਸਾਰੇ ਘਟਨਾਕ੍ਰਮ 'ਚ ਦੋ ਤਿੰਨ ਚੀਜ਼ਾਂ ਨਿਕਲ ਕੇ ਆਈਆਂ। ਇੱਕ ਤਾਂ ਉਹ ਵੀਡੀਓ ਬਹੁਤ ਵਾਇਰਲ ਹੋਇਆ ਜੀ 'ਚ ਉਹ ਧੱਕੇ ਜਾਂਦੇ ਸੀ, ਕਹਿੰਦੇ ਆਹ ਦੇਖੋ ਆਹ ਹੈ ਜੋੜੋ ਯਾਤਰਾ, ਕਹਿੰਦੇ ਆਪਦੇ ਬੰਦੇ ਨੂੰ ਖਿੱਚ ਪਿੱਛੇ ਸਿੱਟੀ ਜਾਂਦੇ। ਗੋਦੀ ਮੀਡੀਆ ਨੇ ਜਾਂ ਮੋਦੀ ਸਰਕਾਰ ਨੇ ਹਮੇਸ਼ਾ ਤੋਂ ਹੀ ਇਸ ਤਰ੍ਹਾਂ ਦਾ ਪ੍ਰੋਪੋਗੈਂਡਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਨੇ ਦੇਖਿਆ ਹੋਣਾ ਬੜਾ ਮਜ਼ਾਕੀਆ ਜਿਹਾ ਬਿਆਨ ਚੱਲਦਾ ਸੀ, ਆਲੂ ਪਾਓ ਸੋਨਾ ਨਿਕਲੂਗਾ। JP ਨੱਡਾ ਜਿਹੜਾ ਕਿ ਭਾਜਪਾ ਦਾ ਪ੍ਰੈਜ਼ੀਡੈਂਟ ਹੈ ਦੇਸ਼ ਦਾ, ਉਹਦੇ ਘਰ ਦੇ ਬਾਹਰ ਜਾ ਕੇ RSS ਵਾਲੀਆਂ ਦੀਆਂ ਨਿੱਕਰਾਂ ਨੂੰ ਅੱਗ ਲਾਈ ਵੀ ਸਾਡਾ ਇੱਕ ਸਿੰਬੋਲਿਕ ਧਰਨਾ ਸੀਗਾ ਵੀ ਤੁਸੀਂ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਅਸੀਂ ਇਹ ਨਿੱਕਰਾਂ ਨੂੰ ਅੱਗ ਲਾ ਕੇ ਅਸੀਂ ਉੱਥੇ ਧਰਨਾ ਦਿੱਤਾ। ਵੀ ਇਹ ਨਿੱਕਰਾਂ ਨੂੰ ਅੱਗ ਲਾਉਣ ਵਾਲੀ ਕੀ ਗੱਲ ਬਣਾਈ ਤੀ ਵੀ ਸਿੰਬੋਲਿਕ ਐਡਾ ਵੱਡਾ ਜਾਣਾ ਸੀਗਾ? ਮੈਂ ਨਹੀਂ ਬਿਲਕੁਲ ਬਾਈ ਜੀ ਜਾਣਾ ਸੀ। ਜਦੋਂ ਅਸੀਂ ਛੋਟੇ ਲੈਵਲ ਤੇ ਪ੍ਰੋਟੈਸਟ ਕੀਤੇ ਜੋ ਅਸਰ ਹੀ ਨਹੀਂ ਹੋ ਰਿਹਾ, ਕੋਈ ਉਸ ਤੇ ਰਿਐਕਟ ਹੀ ਨਹੀਂ ਕਰ ਰਹੇ, ਪਰ ਜਦੋਂ ਅਸੀਂ ਉੱਥੇ ਜਾ ਕੇ ਇਸ ਚੀਜ਼ ਦਾ ਲੱਗਦਾ ਵੀ ਰਾਹੁਲ ਗਾਂਧੀ ਉਹੀ ਪਤਾ ਕਰਨ ਵਾਸਤੇ ਨਿਕਲੇ ਨੇ ਵੀ ਬਾਈ ਜੀ ਇਹ ਹਿਸਟੋਰਿਕ ਯਾਤਰਾ ਹੈ, ਕੋਈ ਛੋਟੀ ਮੋਟੀ ਯਾਤਰਾ ਨਹੀਂ। ਸ਼ੁਰੂਆਤ ਕਰੀਏ ਸਵੇਰੇ, ਥੋੜਾ ਜਿਹਾ ਉਹਦਾ ਵੀ ਦੱਸ ਦਿਓ ਸ਼ਡਿਊਲ ਰਹਿੰਦਾ ਕਿਵੇਂ ਹੈ ਸਾਡਾ ਡੇਲੀ ਦਾ ਹੀ ਸ਼ਡਿਊਲ ਆ ਜੀ। ਸਵੇਰ ਅਸੀਂ 4:30-5 ਵਜੇ ਉੱਠ ਜਾਂਦੇ ਹਾਂ ਜੀ, ਆਪਣਾ ਨਹਾ ਧੋ ਕੇ ਉਦੋਂ ਬਾਅਦ ਆਪਣਾ ਬ੍ਰੇਕਫਾਸਟ ਕਰਕੇ 6 ਵਜੇ ਸਾਡੀ ਯਾਤਰਾ ਸ਼ੁਰੂ ਹੋ ਜਾਂਦੀ ਹੈ। 6 ਤੋਂ 9:30 ਦੇ ਕਰੀਬ ਇਹ ਯਾਤਰਾ ਸਾਡੀ ਰਹਿੰਦੀ ਹੈ। ਉਸ ਤੋਂ ਬਾਅਦ ਸਾਡੀ ਰਿਫਰੈਸ਼ਮੈਂਟ ਹੋ ਕੇ 2 ਘੰਟਿਆਂ ਦਾ ਰੈਸਟ ਹੋ ਜਾਂਦਾ ਸਾਰਿਆਂ ਦਾ, ਤੇ ਉਸ ਤੋਂ ਬਾਅਦ ਸਾਡਾ ਲੰਚ ਟਾਈਮ ਹੁੰਦਾ ਤੇ 3-3:30 ਦੁਬਾਰਾ ਯਾਤਰਾ ਫਿਰ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ 7 ਵਜੇ ਤੱਕ ਫਿਰ ਚੱਲਦੀ ਹੈ। ਤੁਹਾਡੇ ਖੁਦ ਦੇ ਲੀਡਰ ਅੱਜ ਰੋ ਰਹੇ ਨੇ ਵੀ ਆਖਰਕਾਰ ਸਾਡੇ ਵਾਲਿਆਂ ਨੇ ਸਹੀ ਚੰਗਾ ਕੰਮ ਨਹੀਂ ਕਰਿਆ। ਰਾਜਾ ਵੜਿੰਗ ਕਿੰਨੇ ਵਾਰੀ ਕਹਿ ਚੁੱਕੇ ਨੇ ਵੀ ਕੈਪਟਨ ਹੋਰਾਂ ਨੇ ਚੰਗਾ ਕੰਮ ਕਰਿਆ ਹੁੰਦਾ। ਚਲੋ ਜੇ ਕਹਿ ਦਈਏ ਵੀ ਹੁਣ ਕੈਪਟਨ ਹੋਰੇ ਬੇਸ਼ੱਕ ਭਾਜਪਾ 'ਚ ਰਲ ਗਏ ਨੇਗੇ, ਪਰ ਉਸ ਟਾਈਮ ਤੇ ਫਿਰ ਮੌਕੇ ਤੇ ਤਾਂ ਰੋਕੇ ਨਹੀਂ ਗਏ। 4.5 ਲੰਘੇ ਸਾਲ ਬਾਅਦ ਰੋਕਿਆ ਵੀ ਕੀ ਰੋਕਿਆ? ਮੈਂ ਸਭ ਤੋਂ ਵੱਡੀ ਗੱਲ ਇਹ ਗੱਲ ਕਰੂੰਗਾ ਜੀ, ਜੇ ਰਾਹੁਲ ਗਾਂਧੀ ਜੀ ਪਿਛਲੇ UPA ਦੀ ਗਵਰਨਮੈਂਟ ਰਹੀ, ਜੋ ਦੂਜੀ ਵਾਰੀ ਚਾਹੁੰਦੇ ਖੁਦ ਪ੍ਰਧਾਨ ਮੰਤਰੀ ਵੀ ਬਣ ਸਕਦੇ ਸੀ। ਸਤਿ ਸ਼੍ਰੀ ਅਕਾਲ। ਰਾਹੁਲ ਗਾਂਧੀ ਲਗਾਤਾਰ ਯਾਤਰਾ ਕਰ ਰਹੇ ਨੇ ਔਰ ਯਾਤਰਾ ਨੂੰ ਲੈ ਕੇ ਜੇ ਕਿਹਾ ਜਾਵੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆਈਆਂ। ਕਈ ਉਹਨਾਂ ਦੇ ਜੇ ਕਿਹਾ ਜਾਵੇ ਨਾਲ ਵਿਵਾਦ ਜੁੜੇ ਹੋਏ ਨਜ਼ਰ ਆਏ। ਵਿਵਾਦ ਤੋਂ ਭਾਵ ਇਸ ਗੱਲ ਨੂੰ ਲੈ ਕੇ ਹੈ ਕਿ ਵੀ ਜਿਹੜੀ ਚੀਜ਼ਾਂ ਰਾਹੁਲ ਗਾਂਧੀ ਨੇ ਪਾਈਆਂ ਜਾਂ ਜਿਹੜਾ ਕੁਝ ਬੋਲੇ ਜਾਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ, ਖੈਰ ਉਸ ਚੀਜ਼ ਤੋਂ ਹਟ ਕੇ ਜੇ ਗੱਲ ਕਰਾਂਗੇ ਕਿ ਆਖਰਕਾਰ ਸੱਚੀ ਮੁੱਚੀ ਦੇ ਵਿੱਚ ਕਿੰਨੀਆਂ ਕੁ ਚੀਜ਼ਾਂ ਇਹ ਔਖੀਆਂ ਹੈਗੀਆਂ ਨੇ ਤੇ ਇਹਦੀ ਲੋੜ ਕਿੰਨੀ ਸੀ। ਗੁਰਜੋਤ ਸਾਡੇ ਨਾਲ ਨੇ, ਇਹ ਪਹਿਲੇ ਦਿਨੋਂ ਨਾਲ ਉਹਨਾਂ ਦੇ ਚੱਲਦੇ ਆ ਰਹੇ ਨੇਗੇ। ਹੁਣ ਅੱਗੇ ਪੜਾਅ ਪੰਜਾਬ ਦਾ ਸ਼ੁਰੂਆਤ ਹੋਣ ਵਾਲੀ ਹੈ, ਕੁਝ ਦਿਨ ਹੀ ਬਾਕੀ ਨੇ। ਗੁਰਜੋਤ ਦੇਖੀਏ ਰਾਹੁਲ ਗਾਂਧੀ ਨੂੰ ਲੈ ਕੇ ਜੇ ਸ਼ੁਰੂਆਤ ਤਾਂ ਇਸ ਚੀਜ਼ ਦੀ ਕਰੀ ਜਾਂਦੀ ਹੈ ਕਿ ਅੱਜ ਤੱਕ ਰਾਹੁਲ ਗਾਂਧੀ ਦੀ ਜਿਹੜੀ ਸਿਆਸਤ ਦੇਖੀ ਗਈ ਆ ਉਹਨੂੰ ਲੋਕ ਬਹੁਤ ਜਿਵੇਂ ਕਹਦੀਏ ਨੌਨ ਸੀਰੀਅਸ ਟਾਈਪ ਦੇਖਿਆ ਉਹਨਾਂ ਨੇ। ਹੁਣ ਜਿਵੇਂ ਲਗਾਤਾਰ ਯਾਤਰਾ ਕਰ ਰਹੇ ਨੇ, ਕਿਹੋ ਜਿਹੇ ਲੋਕਾਂ ਦਾ ਰਿਸਪੌਂਸ ਹੈ ਤੇ ਉਹ ਨੈਰੇਟਿਵ ਬਦਲੂਗਾ ਕਿ ਜਿਹੜਾ ਜੇ ਕਿਹਾ ਜਾਵੇ ਚਾਹੇ ਵਿਰੋਧੀਆਂ ਨੇ ਸੈੱਟ ਕਰਿਆ ਉਹਦੇ 'ਚ ਲੋਕਾਂ ਦਾ ਪ੍ਰਭਾਵ ਤਾਂ ਰਿਹਾ? ਪਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ, ਤੇ ਸਾਰੇ ਸੁਣ ਰਹੇ ਸਰੋਤਿਆਂ ਦਾ ਤਹਿ ਦਿਲ ਤੋਂ ਮੈਂ ਸਵਾਗਤ ਕਰਦਾ। ਬਾਈ ਜੀ ਜਿਵੇਂ ਤੁਸੀਂ ਪੁੱਛ ਰਹੇ ਹੋ ਵੀ ਜੋ ਇੱਕ ਪਰਸੈਪਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੱਤਾ ਵਿੱਚ ਬੈਠੀ ਸਰਕਾਰ ਦੇ ਦੁਆਰਾ, ਲੋਕਾਂ ਦਾ ਪੈਸਾ ਵਰਤ ਕੇ ਇੰਨੀ ਵੱਡੀ ਐਡਵਰਟਾਈਜ਼ਮੈਂਟ ਤੇ ਖਰਚਾ ਕੀਤਾ ਗਿਆ ਰਾਹੁਲ ਗਾਂਧੀ ਜੀ ਨੂੰ, ਜਿਸ ਤਰ੍ਹਾਂ ਦੀ ਪਰਸੈਪਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਦੀ ਨਹੀਂ ਬਹੁਤ ਲੰਮੇ ਸਮੇਂ ਤੋਂ। ਕਿਉਂਕਿ ਇਹ ਜੋ ਸੱਤਾ 'ਚ ਬੈਠੀ ਸਰਕਾਰ ਹੈ, ਇਹਨਾਂ ਨੂੰ ਡਰ ਹੀ ਉਸ ਲੀਡਰ ਤੋਂ ਲੱਗਦਾ ਕਿਉਂਕਿ ਉਹ ਸੱਚ ਬੋਲਦਾ, ਸੱਚਾਈ ਦੇ ਨਾਲ ਖੜਦਾ ਹੈ ਤੇ ਜ਼ੁਲਮ ਦੇ ਖਿਲਾਫ ਲੜਦਾ ਹੈ, ਲੋਕਾਂ ਦੀ ਆਵਾਜ਼ ਚੱਕਦਾ। ਪਰ ਕਿਧਰੇ ਨਾ ਕਿਧਰੇ ਲੋਕਾਂ ਦੇ ਮਾਈਂਡ ਵਿੱਚ ਇਹ ਚੀਜ਼ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਦੀ ਨਹੀਂ ਬਹੁਤ ਲੰਮੇ ਸਮੇਂ ਤੋਂ। ਪਰ ਅੱਜ ਜਦੋਂ ਰਾਹੁਲ ਗਾਂਧੀ ਜੀ ਨੇ ਜੋ ਆਪਣੇ ਆਮ ਲੋਕਾਂ ਦੇ ਮੁੱਦੇ ਹੈ, ਆਮ ਲੋਕਾਂ ਦੀਆਂ ਮੁਸ਼ਕਲਾਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਦੇ ਵਿੱਚ ਵਿਚਰਨ ਦੀ ਕੋਸ਼ਿਸ਼ ਕੀਤੀ, ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹੈ। ਇਹ ਯਾਤਰਾ ਅਸੀਂ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆ ਕੁਮਾਰੀ ਤੋਂ ਸ਼ੁਰੂ ਕਰੀ ਸੀ। ਉੱਥੋਂ ਨਿਕਲਦੇ ਹੋਏ ਅਸੀਂ ਕੇਰਲਾ ਐਂਟਰ ਹੋਏ, ਉਸ ਤੋਂ ਬਾਅਦ ਅਸੀਂ ਕਰਨਾਟਕਾ ਆਏ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧਿਆ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਹੁਣ 10ਵੀਂ ਸਟੇਟ ਵਿੱਚ ਅਸੀਂ ਇਹ ਜੋ ਇੱਕ ਹਫ਼ਤੇ ਦਾ ਬ੍ਰੇਕ ਸੀਗਾ, ਜੋ ਦਿੱਲੀ ਦੇ ਵਿੱਚ ਬ੍ਰੇਕ ਸੀਗਾ, ਇੱਥੇ ਆ ਕੇ ਇੱਕ ਹਫ਼ਤੇ ਦਾ ਬ੍ਰੇਕ ਆ ਤੇ ਕੱਲ੍ਹ ਨੂੰ ਫਿਰ ਇਹ ਸਾਡੀ ਯਾਤਰਾ ਦੁਬਾਰਾ ਸ਼ੁਰੂ ਹੋ ਰਹੀ ਹੈ। ਇਹ ਯਾਤਰਾ ਕੋਈ ਰਾਹੁਲ ਗਾਂਧੀ ਜੀ ਤੁਸੀਂ ਉਹਨਾਂ ਨੂੰ ਦੇਖਿਆ ਹੋਊਗਾ ਵੀ ਇੱਕ
ਕਿਸ ਤਰ੍ਹਾਂ ਕਿਸ ਲਗਨ ਦੇ ਨਾਲ 25 ਤੋਂ 30 ਕਿਲੋਮੀਟਰ ਦਾ ਸਫ਼ਰ ਰੋਜ਼ ਤੈਅ ਕਰਦੇ ਆ। 6 ਤੋਂ 7 ਘੰਟੇ ਅਸੀਂ ਸਾਰੇ ਇਕੱਠੇ ਹੋ ਕੇ ਚੱਲਦੇ ਆ, ਕਿਉਂਕਿ ਪੂਰੇ ਦੇਸ਼ ਵਿੱਚੋਂ 117 ਬੰਦੇ ਸ਼ਾਰਟਲਿਸਟ ਕਰੇ ਗਏ ਆ। ਉਹ 117 ਦੇ ਵਿੱਚ ਰਾਹੁਲ ਗਾਂਧੀ ਜੀ ਖੁਦ ਵੀ ਹੈ, ਜਿਨ੍ਹਾਂ ਨੇ ਇਸ ਯਾਤਰਾ ਦੇ ਵਿੱਚ 150 ਦਿਨ ਲਗਾਤਾਰ ਚੱਲਣਾ ਤੇ 3600 ਤੋਂ ਜ਼ਿਆਦਾ ਕਿਲੋਮੀਟਰ ਦਾ ਪੈਂਡਾ ਕੰਪਲੀਟ ਕਰਕੇ ਅਸੀਂ ਕਸ਼ਮੀਰ 'ਚ ਝੰਡਾ ਲਹਿਰਾਉਣਾ। ਇਹ ਜਦੋਂ ਅਸੀਂ ਯਾਤਰਾ ਕੰਨਿਆ ਕੁਮਾਰੀ ਤੋਂ ਸ਼ੁਰੂ ਕਰੀ, ਆਮ ਲੋਕਾਂ ਦੇ ਵਿੱਚ ਇਸ ਦਾ ਜਿਸ ਤਰ੍ਹਾਂ ਕੁਝ ਭਾਈ ਨੇ ਜੋ ਇਸ ਯਾਤਰਾ ਨੂੰ ਅੱਗੇ ਲੈ ਕੇ ਜਾ ਰਹੇ ਆ, ਤੁਸੀਂ ਮੀਡੀਆ ਵਾਲੇ ਕੁਝ ਸਾਥੀ ਹੋ ਜੋ ਇਸ ਯਾਤਰਾ ਨੂੰ ਅੱਗੇ ਦਿਖਾ ਰਹੇ ਆ। ਤੁਸੀਂ ਦੇਖਿਆ ਹੋਊਗਾ ਨੈਸ਼ਨਲ ਲੈਵਲ ਤੇ ਮੀਡੀਆ ਨੇ ਇਸ ਯਾਤਰਾ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਵੀ ਕਿਸ ਤਰ੍ਹਾਂ ਦਾ ਇੱਕ ਇਹਨਾਂ ਦੀ ਪਕੜ ਹੈ, ਮੋਦੀ ਦੇ ਕਹਿਣ ਤੇ ਚੱਲਦਾ ਜਾਂ ਮੋਦੀ ਉਹਨਾਂ ਦੇ ਕਹਿਣ ਤੇ ਚੱਲਦਾ ਹੈ। ਪਰ ਇਹਦੇ 'ਚ ਇੱਕ ਚੀਜ਼ ਮੈਂ ਤੁਹਾਨੂੰ ਵਿੱਚ ਹੀ ਰੋਕਦਾ, ਬਾਕੀ ਤਾਂ ਗੱਲ ਜਾਰੀ ਰੱਖਾਂਗੇ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਜਦੋਂ ਸਰਕਾਰਾਂ ਹੈਂਡਲ ਕਰਦੀਆਂ ਨੇ, ਇਹ ਅੱਜ ਦਾ ਨਹੀਂ ਬਹੁਤ ਲੰਬੇ ਸਮੇਂ ਦਾ ਚੱਲਿਆ ਆਉਂਦਾ। ਪਰ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਟਾਈਮ ਯੂਪੀਏ ਦੇ ਕੋਲੇ ਰਿਹਾ, ਯਾਨੀ ਕਿ ਕਾਂਗਰਸ ਕੋਲੇ ਵੱਡੀ ਸਮਾਂ ਰਿਹਾ। ਯੂਪੀਏ ਤੋਂ ਕਿਉਂ ਨਹੀਂ ਆਖਰਕਾਰ ਇਹ ਕੰਮ ਹੋ ਪਾਇਆ ਕਿ ਆਖਰਕਾਰ ਚਾਹੇ ਤਾਂ ਉਹਨਾਂ ਨੂੰ, ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਵੀ ਉਹਨਾਂ ਨੂੰ ਡਰਾ ਕੇ ਜਾਂ ਉਹਨਾਂ ਦੇ ਪੈਸਿਆਂ ਦਾ ਸਾਥ ਲੈ ਕੇ ਫਿਰ ਕਿਤੇ ਚੱਲਦੀ ਆ ਸੱਤਾ, ਪਰ ਗੱਲ ਇਹ ਹੈ ਵੀ ਫਿਰ ਜੇ ਤੁਸੀਂ ਚੰਗੇ ਕੰਮ ਕਰਕੇ ਉਹ ਤੁਹਾਡੇ ਨਾਲ ਕਿਉਂ ਨਹੀਂ ਆ ਪਾਏ? ਨਹੀਂ, ਯੂਪੀਏ ਸਰਕਾਰ ਜਿਵੇਂ 10 ਸਾਲ ਪਿਛਲੇ ਰਹੀ, ਉਸ ਤੋਂ ਪਹਿਲਾਂ ਵੀ ਇਹ ਕਾਂਗਰਸ ਦੀਆਂ ਸਰਕਾਰਾਂ ਰਹੀਆਂ। ਜੋ ਦੇਣ ਕਾਂਗਰਸ ਸਰਕਾਰ ਦੀ ਆਪਣੇ ਦੇਸ਼ ਦੇ ਲੋਕਾਂ ਵਾਸਤੇ, ਜੋ ਲੋਕਾਂ ਦੇ ਵਾਸਤੇ ਕੰਮ ਕਰੇ, ਵੀ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਗ ਜ਼ਾਹਿਰ ਹੈ ਵੀ ਲੋਕਾਂ ਨੇ ਕਿੰਨੇ ਉਹ ਅੱਜ ਵੀ ਲੋਕਾਂ ਦੇ ਕੰਮ ਆ ਰਹੇ ਆ, ਵੀ ਕਿੰਨੀਆਂ ਇਹੋ ਜਿਹੇ ਚੇਂਜਸ ਲੈ ਕੇ ਲਿਆਂਦੇ, ਰਿਫਾਰਮਸ ਲੈ ਕੇ ਆਏ ਵੀ ਜਿਹਦੇ ਤਹਿਤ ਅੱਜ ਵੀ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਫਾਇਦਾ ਹੋ ਰਿਹਾ। ਅੱਜ ਵੀ ਲੋਕ ਦੁਬਾਰਾ ਕਾਂਗਰਸ ਨੂੰ ਯਾਦ ਕਰਨ ਲੱਗ ਗਏ, ਕਿਉਂਕਿ ਕਾਂਗਰਸ ਪਾਰਟੀ ਇੱਕ ਲੰਮੀ ਵਿਜ਼ਨ ਨਾਲ ਚੱਲਦੀ ਹੈ। ਉਹ ਆਪਣੇ, ਜਿਵੇਂ ਤੁਸੀਂ ਕਹਿ ਰਹੇ ਵੀ ਅਸੀਂ ਕਿਸੇ ਚੀਜ਼ ਤੇ ਕਾਬਜ਼ ਨਹੀਂ ਹੋਣਾ ਚਾਹੁੰਦੇ, ਕਿਉਂਕਿ ਸਾਡੇ ਦੇਸ਼ ਵਿੱਚ ਲੋਕਤੰਤਰ ਹੈ, ਆਜ਼ਾਦੀ ਹੈ। ਜੇ ਅਸੀਂ ਜੋ ਸਾਡੇ ਸੰਸਥਾਨ ਹੈ, ਜੇ ਉਹਨਾਂ ਤੇ ਕਾਬਜ਼ ਹੋ ਕੇ ਇੱਕ ਦੇਸ਼ ਦੇ ਅੰਦਰ ਡਿਕਟੇਟਰਸ਼ਿਪ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਸਾਡੇ ਤੇ ਇਹਨਾਂ ਦੇ ਵਿੱਚ ਫਰਕ ਕੀ ਰਿਹਾ? ਤੁਸੀਂ ਇੰਡਸਟਰੀਅਲਿਸਟਾਂ ਨੂੰ ਜਿਹੜੇ ਨਾਲ ਨੇ, ਅੰਬਾਨੀ ਅਡਾਨੀਆਂ ਦਾ ਨਾਮ ਹਮੇਸ਼ਾ ਹੀ ਲੈਂਦੇ ਹੋ, ਤਾਂ ਉਹਦੇ ਵਿੱਚ ਇਹ ਚੀਜ਼ ਦੱਸੋ ਵੀ ਉਹ ਡਰਾ ਕੇ ਨਾਲ ਲਾਏ ਹੋਏ ਨੇ ਜਾਂ ਖੁਸ਼ੀ ਨਾਲ ਨਾ ਚੱਲ ਰਹੇ ਨੇ? ਜੀ ਇਹ ਤਾਂ ਮੈਨੂੰ ਐਂ ਲੱਗਦਾ ਵੀ ਕਾਰਪੋਰੇਟ ਹੀ ਸਾਡੇ ਦੇਸ਼ ਦੀ ਸਰਕਾਰ ਚਲਾ ਰਿਹਾ ਹੈ। ਵੀ ਜਿਸ ਤਰ੍ਹਾਂ ਮੋਦੀ ਉਹਨਾਂ ਦੇ ਇਸ਼ਾਰਿਆਂ ਤੇ ਨੱਚਦਾ ਹੈ, ਵੀ ਜਿਸ ਤਰ੍ਹਾਂ ਦੇ ਮਤਲਬ ਡਿਸੀਜਨ ਜਾਂ ਇਹੋ ਜਿਹੀਆਂ ਪਾਲਿਸੀਆਂ ਬਣਾਈ ਜਾਂਦੀਆਂ ਸਰਕਾਰ ਦੇ ਦੁਆਰਾ, ਵੀ ਜਿਹਦੇ ਅਧੀਨ ਲੋਕਾਂ ਦੇ ਫਾਇਦੇ ਨਹੀਂ ਦੇਖੇ ਜਾਂਦੇ, ਵੱਡੇ ਵੱਡੇ ਘਰਾਣਿਆਂ ਦੇ ਫਾਇਦੇ ਦੇਖੇ ਜਾਂਦੇ, ਇਹੋ ਜਿਹੀਆਂ ਪਾਲਿਸੀਆਂ ਬਣਾ ਕੇ ਉਹਨਾਂ ਦੀਆਂ ਥਾਲੀਆਂ ਵਿੱਚ ਪਰੋਸਿਆ ਜਾਂਦਾ। ਵੀ ਇਸ ਤਰ੍ਹਾਂ ਦੀਆਂ ਪਾਲਿਸੀਆਂ ਮਰ ਰਹੀਆਂ ਤੇ ਤੁਸੀਂ ਸੋਚ ਸਕਦੇ ਹੋ ਵੀ ਸਾਡੇ ਦੇਸ਼ ਦਾ ਭਵਿੱਖ ਕਿਹੋ ਜਿਹਾ ਹੋਊਗਾ, ਕਿਉਂਕਿ ਸਾਡੇ ਦੇਸ਼ ਵਿੱਚ 70% ਦੇ ਕਰੀਬ ਜਿਹੜੀ ਪਾਪੂਲੇਸ਼ਨ ਆ ਨੌਜਵਾਨਾਂ ਦੀ ਹੈ। ਤੇ ਨੌਜਵਾਨ ਸਾਡੇ ਦੇਸ਼ ਦਾ, ਖਾਸ ਕਰਕੇ ਸਾਡੇ ਪੰਜਾਬ ਦਾ, ਮੈਂ ਪੰਜਾਬ ਰਾਜ ਤੋਂ ਆਉਣਾ, ਵੀ ਸਾਡੇ ਪੰਜਾਬ ਦੇ ਨੌਜਵਾਨ ਬਾਹਰ ਕਿਉਂ ਜਾ ਰਹੇ ਆ? ਜੇ ਸਾਡੀ ਬੈਕਬੋਨ ਹੈ, ਜੋ ਆਪਣੀ ਯੰਗਸਟਰ ਆ ਸਾਡੇ ਦੇਸ਼ ਦੀ ਬੈਕਬੋਨ ਹੈ, ਜੋ ਇਸ ਸਮੇਂ ਮੰਨ ਲਓ ਸਾਡਾ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਆ, ਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਕੀ ਭਵਿੱਖ ਹੋਊਗਾ? ਇਹ 'ਚ ਫਿਰ ਇਹ ਗੱਲ ਵੀ ਕਹਿ ਸਕਦੇ ਹਾਂ ਵੀ ਚਾਹੇ ਰਾਹੁਲ ਗਾਂਧੀ ਦੇਖਿਆ ਜਾਵੇ, ਇਹ ਕੋਈ ਅੱਜ ਦੇ ਨਹੀਂ, ਰਾਹੁਲ ਗਾਂਧੀ ਤਾਂ ਜਦੋਂ ਦੇ ਵੀ ਉੱਭਰੇ ਨੇ, ਸੱਤਾ 'ਚ ਆਏ ਨੇ, ਜਾਂ ਕਹਿ ਦਈਏ ਕਿ ਜਦੋਂ ਵੀ ਉਹਨਾਂ ਨੇ ਆਪਦੇ ਪਾਰਟੀ ਸਟਰਕਚਰ ਦੇ ਵਿੱਚ ਮੌਜੂਦਗੀ ਬਣਾਈ ਆ, ਪਾਵਰਫੁਲ ਰਹੇ ਨਹੀਂ, ਇਹ ਤਾਂ ਆਪਾਂ ਗੱਲ ਕਹਿ ਨਹੀਂ ਸਕਦੇ। ਪਰ ਗੱਲ ਇਹ ਹੈ ਵੀ ਉਹ ਇਹ ਫੈਸਲੇ ਲੈਣ ਦੇ ਵਿੱਚ ਕਹਿ ਸਕਦੇ ਹਾਂ ਵੀ ਉਹਨੇ ਜ਼ਿਆਦਾ ਸਖਤੀ ਦੇ ਤੌਰ ਤੇ ਲਾ ਲਓ ਜਾਂ ਉੱਭਰ ਕੇ ਨਹੀਂ ਸਾਹਮਣੇ ਆਏ। ਹੁਣ ਜੇ ਪੰਜਾਬ ਦੀ ਲੰਘੀ ਕਾਂਗਰਸ ਦਾ ਹਾਲ ਦੇਖ ਲਈਏ, ਤੁਹਾਡੇ ਖੁਦ ਦੇ ਲੀਡਰ ਅੱਜ ਰੋ ਰਹੇ ਨੇ ਵੀ ਆਖਰਕਾਰ ਸਾਡੇ ਵਾਲਿਆਂ ਨੇ ਸਹੀ ਚੰਗਾ ਕੰਮ ਨਹੀਂ ਕਰਿਆ। ਰਾਜਾ ਵੜਿੰਗ ਕਿੰਨੇ ਵਾਰੀ ਕਹਿ ਚੁੱਕੇ ਨੇ ਵੀ ਕੈਪਟਨ ਹੋਰਾਂ ਨੇ ਚੰਗਾ ਕੰਮ ਕਰਿਆ ਹੁੰਦਾ। ਚਲੋ ਜੇ ਕਹਿ ਦਈਏ ਵੀ ਹੁਣ ਕੈਪਟਨ ਹੋਰੇ ਬੇਸ਼ੱਕ ਭਾਜਪਾ 'ਚ ਰਲ ਗਏ ਨੇਗੇ, ਪਰ ਉਸ ਟਾਈਮ ਤੇ ਫਿਰ ਮੌਕੇ ਤੇ ਤਾਂ ਰੋਕੇ ਨਹੀਂ ਗਏ। 4.5 ਲੰਘੇ ਸਾਲ ਬਾਅਦ ਰੋਕਿਆ ਵੀ ਕੀ ਰੋਕਿਆ? ਮੈਂ ਸਭ ਤੋਂ ਵੱਡੀ ਗੱਲ ਇਹ ਗੱਲ ਕਰੂੰਗਾ ਜੀ, ਜੇ ਰਾਹੁਲ ਗਾਂਧੀ ਜੀ ਪਿਛਲੇ ਯੂਪੀਏ ਦੀ ਗਵਰਨਮੈਂਟ ਰਹੀ, ਜੋ ਦੂਜੀ ਵਾਰੀ ਚਾਹੁੰਦੇ ਖੁਦ ਪ੍ਰਧਾਨ ਮੰਤਰੀ ਵੀ ਬਣ ਸਕਦੇ ਸੀ, ਪਰ ਉਹਨਾਂ ਨੇ ਇਹ ਕੁਰਸੀ ਛੱਡੀ, ਕਿਉਂਕਿ ਉਹ ਇੱਕ ਇਸ ਤਰ੍ਹਾਂ ਦੀ ਕਿ ਉਹਨਾਂ ਦੇ ਮਨ 'ਚ ਸੋਚ ਹੀ ਨਹੀਂ, ਵੀ ਉਹ ਲਾਲਚੀ ਕਿਸਮ ਦੇ ਇਨਸਾਨ ਹੈ। ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਭਲੇ ਦੀ ਗੱਲ ਕਰਦੇ ਆ, ਲੋਕਾਂ ਦੇ ਨਾਲ। ਹੁਣ ਜਿਸ ਤਰ੍ਹਾਂ ਯਾਤਰਾ ਸ਼ੁਰੂ ਹੋਈ, ਯਾਤਰਾ ਸ਼ੁਰੂ ਹੋ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ, ਵੀ ਲੋਕਾਂ ਦੇ ਨਾਲ ਜਦੋਂ ਮਿਲ ਵਰਤ ਕੇ ਪਤਾ ਲੱਗਦਾ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਕੀ ਨੇ। ਉਹ ਬੜੇ ਹੀ ਇੱਕ ਸਾਫ਼ ਸੁਥਰੇ ਤੇ ਸਪਸ਼ਟ ਜਿਹੇ ਆਦਮੀ ਆ, ਸਟੇਟ ਫਾਰਵਰਡ ਆਦਮੀ ਆ। ਜੇ ਉਹਨਾਂ ਨੂੰ ਕਿਧਰੇ ਕੋਈ ਆਪਦਾ ਇਨਸਾਨ ਵੀ ਗਲਤ ਲੱਗਦਾ ਤਾਂ ਉਹਨੂੰ ਮੂੰਹ ਤੇ ਟੋਕਦੇ ਆ। ਅਸੀਂ ਇਹ ਚੀਜ਼ਾਂ ਐਕਸੈਪਟ ਕਰਦੇ ਹਾਂ। ਜੇ ਪਿੱਛੇ ਸਾਡੀਆਂ ਸਰਕਾਰਾਂ ਰਹੀਆਂ, ਕੋਈ ਸਾਡੇ 'ਚ ਖਾਮੀਆਂ ਜਾਂ ਕੋਈ ਕਮੀਆਂ ਰਹੀਆਂ, ਤਾਂ ਕਿਧਰੇ ਨਾ ਕਿਧਰੇ ਲੋਕਾਂ ਨੇ ਸਾਨੂੰ ਉਸ ਦਾ ਜਵਾਬ ਦਿੱਤਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਚੀਜ਼ਾਂ ਤੇ ਮਤਲਬ ਵੀ ਉਹਨਾਂ ਨੂੰ ਕੰਟਰੋਲ ਕਰਕੇ, ਜਾਂ ਚੀਜ਼ਾਂ ਨੂੰ ਜੋ ਸਾਡੀਆਂ ਵਿੱਚ ਕਮੀਆਂ ਨੇ ਉਹਨਾਂ ਨੂੰ ਖਤਮ ਕਰਕੇ ਅੱਗੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ। ਵੀ ਲੋਕਾਂ ਨੂੰ ਮੇਨ ਸਾਡਾ ਇੱਕ ਹੀ ਮੋਟਿਵ ਹੈ ਵੀ ਲੋਕਾਂ ਦੇ ਭਲੇ ਵਾਸਤੇ, ਦੇਸ਼ ਦੇ ਭਲੇ ਵਾਸਤੇ, ਨੌਜਵਾਨੀ ਦੇ ਭਲੇ ਵਾਸਤੇ, ਕਿਉਂਕਿ ਇੱਕ ਐਡੀ ਵੱਡੀ ਤਾਕਤ ਸਾਡੇ ਦੇਸ਼ ਦੀ ਹੈ ਨੌਜਵਾਨੀ। ਨੌਜਵਾਨੀ ਡਿਸਟਰੈਕਟ ਹੋ ਰਹੀ ਹੈ, ਨੌਜਵਾਨੀ ਆਪਣੇ ਰਸਤੇ ਤੋਂ ਭਟਕ ਰਹੀ ਹੈ, ਨਸ਼ੇ ਵੱਲ ਜਾ ਰਹੀ ਹੈ। ਸਾਡੇ ਦੇਸ਼ ਵਿੱਚ, ਸਾਡੇ ਪੰਜਾਬ ਵਿੱਚ ਗੈਂਗਸਟਰ ਦਾ ਕਲਚਰ ਕਿਸ ਤਰ੍ਹਾਂ ਪ੍ਰਮੋਟ ਹੋ ਰਿਹਾ। ਜਦੋਂ ਦੀ ਇਹ ਸਰਕਾਰ ਬਣੀ ਹੈ, ਤੁਸੀਂ ਇਹਨਾਂ ਦੀ ਗਵਰਨੈਂਸ ਦੇ ਸਕਦੇ ਹੋ ਵੀ ਇੱਕ ਐਡਮਿਨਿਸਟ੍ਰੇਸ਼ਨ ਦੇ ਉੱਪਰ ਇਸ ਸਰਕਾਰ ਦੇ ਦੁਆਰਾ ਕੰਟਰੋਲ ਪ੍ਰੋਪਰਲੀ ਨਹੀਂ ਹੋ ਰਿਹਾ। ਪਰ
ਇਸ ਦੇ ਹਾਲਾਤ ਸਾਡੇ ਖਮਿਆਜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣਗੇ। ਆਉਣ ਵਾਲੀਆਂ ਜਿਹੜੀਆਂ ਨਸਲਾਂ ਹੈ ਉਹ ਸਾਡੀਆਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚਾਹੇ ਉਹ ਸੱਤਾ 'ਚ ਬੈਠੀ ਸਰਕਾਰ ਸੈਂਟਰ ਵਿੱਚ ਹੋਵੇ। ਇਸ ਨੂੰ ਰੋਕ ਲਾਉਣ ਵਾਸਤੇ ਜਾਂ ਦੇਸ਼ ਵਿੱਚ ਜੋ ਵੀ ਕ੍ਰਿਤੀਆਂ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਸਹਾਰੇ ਦੀ ਲੋੜ ਹੈ, ਕਿਉਂਕਿ ਇਹ ਯਾਤਰਾ ਅਸੀਂ ਕਰ ਰਹੇ ਹਾਂ ਸੜਕਾਂ ਤੇ ਨਿਕਲ ਕੇ। ਤੁਹਾਨੂੰ ਪਤਾ ਵੀ ਕੋਰਾ ਇੰਨੀ ਠੰਡ ਪੈ ਰਹੀ ਹੈ, ਫਿਰ ਵੀ ਰਾਹੁਲ ਗਾਂਧੀ ਜੀ ਸੜਕਾਂ ਤੇ ਚੱਲ ਰਹੇ ਆ, ਤੇ ਲੋਕਾਂ ਦਾ ਵੀ ਫਰਜ਼ ਬਣਦਾ ਜੇ ਘਰੇ ਬੈਠੇ ਵੀ ਜੋ ਬੰਦਾ ਸੱਚਾ ਹੈ ਜਾਂ ਜੋ ਵੀ ਸਪਸ਼ਟ ਹੈ ਉਹਦੇ ਸਾਥ ਦਿਓ। ਇਹ ਨਹੀਂ ਵੀ ਮਤਲਬ ਵੀ ਅੱਖਾਂ ਮੀਚ ਲਓ। ਇਹ ਆਪਾਂ ਨੂੰ ਐਂ ਲੱਗਦਾ ਵੀ ਕਿਸੇ ਦਾ ਪੁੱਤ ਜੇ ਕੋਈ ਨਸ਼ੇ ਨਾਲ ਖਤਮ ਹੋ ਗਿਆ ਜਾਂ ਕੋਈ ਕਿਸੇ ਗੈਂਗਸਟਰ ਦੇ ਚਪੇਟ ਵਿੱਚ ਆ ਕੇ ਖਤਮ ਹੋ ਗਿਆ ਤਾਂ ਕੱਲ ਨੂੰ ਅੱਜ ਕਿਸੇ ਦੀ ਵਾਰੀ ਹੈ, ਕੱਲ ਨੂੰ ਤੁਹਾਡੀ ਵੀ ਆ ਸਕਦੀ ਹੈ, ਜਿਸ ਤਰ੍ਹਾਂ ਫਰੋਤੀਆਂ ਮੰਗੀਆਂ ਜਾ ਰਹੀਆਂ। ਪਰ ਇਹਦੇ 'ਚ ਇੱਕ ਚੀਜ਼ ਹੋਰ ਹੈ, ਇਹ ਵੀ ਲਗਾਤਾਰ ਚੱਲਿਆ ਆ ਰਿਹਾ ਕਿ ਆਖਰਕਾਰ ਕਹਿੰਦੇ ਜਿਹੜੇ ਚਾਂਦੀ ਦੇ, ਇਹ ਅਕਸਰ ਇੱਕ ਕਹਾਵਤ ਬਣੀ ਹੋਈ ਹੈ ਵੀ ਚਾਂਦੀ ਦੇ ਚਮਚਿਆਂ ਨਾਲ ਜਿਹੜੇ ਜੰਮੇ ਤਾਂ ਉਹਨਾਂ ਨੂੰ ਆਮ ਲੋਕਾਂ ਦਾ ਕੀ ਦਰਦ ਪਤਾ। ਲੱਗਦਾ ਵੀ ਰਾਹੁਲ ਗਾਂਧੀ ਉਹੀ ਪਤਾ ਕਰਨ ਵਾਸਤੇ ਨਿਕਲੇ ਨੇ ਵੀ ਅੱਗੇ ਨੂੰ ਜਿਹੜੀ ਸਾਡੇ ਲੋਕਾਂ ਦੀ ਆਖਰੀ ਤੌਰ ਤੇ ਜ਼ਰੂਰਤ ਆ ਜਾਂ ਪਰੇਸ਼ਾਨੀ ਆ ਜ਼ਮੀਨੀ ਤੌਰ ਤੇ ਵੀ ਉਹ ਪਤਾ ਲੱਗ ਸਕੇ। ਬਈ ਜੀ ਇਹ ਹਿਸਟੋਰਿਕ ਯਾਤਰਾ ਹੈ, ਕੋਈ ਛੋਟੀ ਮੋਟੀ ਯਾਤਰਾ ਨਹੀਂ। ਕੋਈ ਸੋਚ ਵੀ ਨਹੀਂ ਸਕਦਾ ਵੀ ਮੈਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਚੱਲ ਸਕਾਂ, ਗੱਡੀ ਤੇ ਸੋਚਣ ਦੀ ਵੀ ਦੂਰ ਦੀ ਗੱਲ ਹੁੰਦੀ ਹੈ। ਇਹ ਰਾਹੁਲ ਗਾਂਧੀ ਜੀ ਰੋਜ਼, ਤੁਹਾਨੂੰ ਮੈਂ ਪਹਿਲਾਂ ਵੀ ਇਸ ਗੱਲ ਤੇ ਐਕਸਪਲੇਨ ਕਰਿਆ ਵੀ ਰੋਜ਼ 6 ਤੋਂ 7 ਘੰਟੇ ਚੱਲਦੇ ਆ, ਠੀਕ ਹੈ ਜੀ। 4 ਤੋਂ 5 ਘੰਟਿਆਂ ਦੀ ਉਹਨਾਂ ਦੀ ਡੇਲੀ ਦੀ ਨੀਂਦ ਹੈ, ਠੀਕ ਹੈ ਜੀ। ਚਲੋ ਜੇ ਸ਼ੁਰੂਆਤ ਕਰੀਏ ਸਵੇਰੇ, ਥੋੜਾ ਜਿਹਾ ਉਹਦਾ ਵੀ ਦੱਸ ਦਿਓ ਸ਼ੁਰੂ ਰਹਿੰਦਾ ਕਿਵੇਂ ਹੈ। ਜੇ ਹੁਣ ਸਵੇਰੇ ਤੁਸੀਂ ਜਦੋਂ ਸੁੱਤੇ ਉੱਠਦੇ ਹੋ, ਸੁੱਤੇ ਉੱਠਣ ਤੋਂ ਬਾਅਦ ਕੀ ਪੂਰਾ ਪ੍ਰੋਗਰਾਮ ਰਹਿੰਦਾ ਜਦ ਸਾਰਾ ਦਿਨ ਚੱਲਦਾ? ਸਾਡਾ ਡੇਲੀ ਦਾ ਹੀ ਸ਼ਡਿਊਲ ਆ ਜੀ। ਸਵੇਰ ਅਸੀਂ 4:30-5 ਵਜੇ ਉੱਠ ਜਾਂਦੇ ਹਾਂ ਜੀ, ਆਪਣਾ ਨਹਾ ਧੋ ਕੇ ਉਦੋਂ ਬਾਅਦ ਆਪਣਾ ਬ੍ਰੇਕਫਾਸਟ ਕਰਕੇ 6 ਵਜੇ ਸਾਡੀ ਯਾਤਰਾ ਸ਼ੁਰੂ ਹੋ ਜਾਂਦੀ ਹੈ। 6 ਤੋਂ 9:30 ਦੇ ਕਰੀਬ ਇਹ ਯਾਤਰਾ ਸਾਡੀ ਰਹਿੰਦੀ ਹੈ। ਉਸ ਤੋਂ ਬਾਅਦ ਸਾਡੀ ਰਿਫਰੈਸ਼ਮੈਂਟ ਹੋ ਕੇ 2 ਘੰਟਿਆਂ ਦਾ ਰੈਸਟ ਹੋ ਜਾਂਦਾ ਸਾਰਿਆਂ ਦਾ, ਤੇ ਉਸ ਤੋਂ ਬਾਅਦ ਸਾਡਾ ਲੰਚ ਟਾਈਮ ਹੁੰਦਾ ਤੇ 3-3:30 ਦੁਬਾਰਾ ਯਾਤਰਾ ਫਿਰ ਸ਼ੁਰੂ ਹੁੰਦੀ ਹੈ ਤੇ ਉਦੋਂ ਬਾਅਦ 7 ਵਜੇ ਤੱਕ ਫਿਰ ਚੱਲਦੀ ਹੈ। ਪਰ ਮੈਂ ਤੁਹਾਨੂੰ ਇਹ ਵੀ ਨਾਲ ਗੱਲ ਐਡ ਔਨ ਕਰਨੀ ਚਾਹੂੰਗਾ ਵੀ ਸਾਡਾ ਦਿਨੇ ਰੈਸਟ ਹੋ ਜਾਂਦਾ 2 ਘੰਟੇ ਦਾ। ਰਾਹੁਲ ਗਾਂਧੀ ਜੀ ਉਹਦੇ 'ਚ ਵੀ ਨਹੀਂ ਸੌਂਦੇ, ਕਿਉਂਕਿ ਉਹਨਾਂ ਨਾਲ ਡੈਲੀਗੇਸ਼ਨਸ ਮਿਲਣ ਆਉਂਦੀਆਂ, ਉਹਨਾਂ ਦੇ ਇੰਟਰੈਕਸ਼ਨ ਪ੍ਰੋਗਰਾਮ ਹੁੰਦੇ ਆ ਜਾਂ ਸਭਾ ਹੁੰਦੀ ਹੈ ਕੋਈ ਵੀ। ਇੱਕ ਇੰਨੀ ਡੈਡੀਕੇਸ਼ਨ ਨਾਲ ਹੁਣ ਮੰਨ ਲਓ ਜੇ ਤੁਸੀਂ ਗੱਲ ਕੀਤੀ ਵੀ ਚਾਂਦੀ ਦੇ ਚਮਚੇ ਲੈ ਕੇ ਪੈਦਾ ਹੋਏ, ਪਰ ਤੁਸੀਂ ਉਹ ਬੰਦੇ ਦੀ ਕੰਟਰੀਬਿਊਸ਼ਨ ਦੇਖੋ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹ ਚਾਹੁੰਦੇ ਤਾਂ ਪ੍ਰਧਾਨ ਮੰਤਰੀ ਉਦੋਂ ਵੀ ਬਣ ਸਕਦੇ ਸੀ, ਉਦੋਂ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਨਹੀਂ ਬੈਠੇ। ਅੱਜ ਵੀ ਲੋਕਾਂ ਦੇ ਵਿੱਚ ਤੁਸੀਂ ਜਿੱਥੇ ਵੀ ਆਪਾਂ ਦੇਖਿਆ ਹੋਊਗਾ ਵੀ ਸਾਡੇ ਦੇਸ਼ ਵਿੱਚ ਜੋ ਵੀ ਕਿਧਰੇ ਕੋਈ ਮੁਸੀਬਤ ਆਉਂਦੀ ਹੈ ਜਾਂ ਮੁਸ਼ਕਲ ਆਉਂਦੀ ਹੈ, ਉੱਥੇ ਪਹਿਲ ਦੇ ਆਧਾਰ, ਚਾਹੇ ਰਾਹੁਲ ਗਾਂਧੀ ਜੀ ਹੋਣ, ਚਾਹੇ ਪ੍ਰਿੰਕਾ ਗਾਂਧੀ ਜੀ ਹੋਣ, ਚਾਹੇ ਕਾਂਗਰਸ ਪਾਰਟੀ ਦੇ ਮੇਨ ਲੀਡਰ ਹੋਣ, ਪਹਿਲ ਦੇ ਆਧਾਰ ਤੇ ਜਾਂਦੇ, ਲੋਕਾਂ ਦੀ ਲੜਾਈ ਲੜਦੇ ਆ, ਉਹਨਾਂ ਦੀ ਆਵਾਜ਼ ਬਣਦੇ ਆ। ਪਰ ਇਹਦੇ 'ਚ ਇਹ ਸਾਰੇ ਘਟਨਾਕ੍ਰਮ 'ਚ 2-3 ਚੀਜ਼ਾਂ ਨਿਕਲ ਕੇ ਆਈਆਂ। ਇੱਕ ਤਾਂ ਉਹ ਵੀਡੀਓ ਬਹੁਤ ਵਾਇਰਲ ਹੋਇਆ ਜੀ, 'ਚ ਉਹ ਧੱਕੀ ਜਾਂਦੇ ਸੀ, ਕਹਿੰਦੇ ਆਹ ਦੇਖੋ ਆਹ ਹੈ ਜੋੜੋ ਯਾਤਰਾ, ਕਹਿੰਦੇ ਆਪਦੇ ਬੰਦੇ ਨੂੰ ਖਿੱਚ ਪਿੱਛੇ ਸਿੱਟੀ ਜਾਂਦੇ ਆ। ਉਹ ਬਾਈ ਜੀ ਸਿਰਫ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਇਹ ਗੋਦੀ ਮੀਡੀਆ ਨੇ ਜਾਂ ਮੋਦੀ ਸਰਕਾਰ ਨੇ ਹਮੇਸ਼ਾ ਤੋਂ ਹੀ ਇਸ ਤਰ੍ਹਾਂ ਦਾ ਪ੍ਰੋਪੋਗੈਂਡਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਧਰੇ ਨਾ ਕਿਧਰੇ ਵੀ ਇਹੀ ਇੱਕ ਰਾਹੁਲ ਗਾਂਧੀ ਦੇਸ਼ ਦਾ ਲੀਡਰ ਹੈ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਨੱਥ ਪਾ ਸਕਦਾ, ਜਿਹੜਾ ਇਹਨਾਂ ਦੀ ਸੱਤਾ ਦੀ ਕੁਰਸੀ ਤੇ ਜਿਹੜੀ ਤੇ ਬੈਠੇ ਆ ਉਹ ਉਸ ਨੂੰ ਖੋਹ ਸਕਦਾ, ਕਿਉਂਕਿ ਲੋਕਾਂ ਦੇ ਵਿੱਚ ਇਸ ਦੇ ਪ੍ਰਤੀ ਲਗਾਵ ਹੈ, ਲੋਕ ਇਹਨੂੰ ਪਸੰਦ ਕਰਦੇ ਆ। ਪਰ ਕਿਧਰੇ ਨਾ ਕਿਧਰੇ ਇਹਨਾਂ ਨੂੰ ਪਤਾ ਵੀ ਜੇ ਅਸੀਂ ਇਸ ਲੀਡਰ ਨੂੰ ਕੰਟਰੋਲ ਕਰਕੇ ਜੇ ਇਸ ਨੂੰ ਨੈਗੇਟਿਵਿਟੀ ਇਸ ਦੀ ਬਣਾ ਕੇ ਰੱਖਾਂਗੇ ਤਾਂ ਸਾਡੀਆਂ ਮਤਲਬ ਵੀ ਮੁਸ਼ਕਲਾਂ ਖਤਮ ਹੁੰਦੀਆਂ। ਉਹ ਕੋਈ ਇਦਾਂ ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ, ਨਾਰਮਲ ਇੱਕ ਵੀ ਮਤਲਬ ਵਾਰ-ਵਾਰ 2-4 ਵਾਰ ਉਹਨਾਂ ਸੈਲਫੀ ਲੈਣ ਵਾਸਤੇ ਕੋਸ਼ਿਸ਼ ਕਰ ਰਹੇ ਸੀ, ਸੈਲਫੀ ਉਹਦੀ ਹੋ ਵੀ ਗਈ ਸੀ, ਉਹ ਦੁਬਾਰਾ ਫਿਰ 1-2 ਵਾਰ ਕਰ ਰਹੇ ਸੀ ਤਾਂ ਨਾਰਮਲ ਹੱਥ ਨਾਲ ਕਰਤਾ, ਬਸ ਉਸੇ ਚੀਜ਼ ਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕਰ ਰਹੇ ਆ। ਹੁਣ ਇਹਦਾ ਜਵਾਬ ਜੇ ਕਿਹਾ ਜਾਵੇ, ਚਾਹੇ ਮੇਰਾ ਸਵਾਲ ਲਾ ਲਓ ਚਾਹੇ ਜਵਾਬ, ਪਰ ਗੱਲ ਇਹਦੇ 'ਚ ਇਹ ਹੈ ਵੀ ਜਦੋਂ ਇਹ ਚੀਜ਼ ਹੋਈ, ਹਾਂਜੀ, ਕਿੰਨੇ ਹੀ ਸਾਲ ਇਹ ਇਸ ਗੱਲ ਦਾ ਰੌਲਾ ਪੈਂਦਾ ਰਿਹਾ। ਰਾਹੁਲ ਗਾਂਧੀ ਦਾ ਤੁਹਾਨੂੰ ਦੇਖਿਆ ਹੋਣਾ, ਬੜਾ ਮਜ਼ਾਕੀਆ ਜਿਹਾ ਬਿਆਨ ਚੱਲਦਾ ਸੀ, ਆਲੂ ਪਾਓ ਸੋਨਾ ਨਿਕਲੂਗਾ। ਜਦੋਂ ਉਸ ਕਲਿੱਪ ਦਾ ਪੂਰਾ ਵਰਜ਼ਨ ਆਇਆ, ਲਾਸਟ 'ਚ ਉਹ ਜਿਹੜੀ ਗੱਲ ਕਹਿੰਦੇ ਸੀਗੇ ਕਿ ਇਹ ਭਾਜਪਾ ਕਹਿੰਦੀ ਹੈ, ਤੁਹਾਡੇ ਕੋਲ ਇੰਨਾ ਸਮਾਂ ਸੱਤਾ ਰਹੀ ਆ, ਇੰਨਾ ਮੈਕੈਨਿਜ਼ਮ ਨਹੀਂ ਬਣ ਪਾਇਆ ਹੈਗਾ ਕਿ ਜੇਕਰ ਉਹ ਵੀਡੀਓ ਇੱਕ ਦਿਨ ਪਹਿਲਾਂ ਰਿਲੀਜ਼ ਹੁੰਦਾ, ਅੱਜ ਯਾਨੀ ਕਿ ਉਹ ਫੈਲ ਜਾਂਦਾ ਵੀਡੀਓ, ਨਾਲ ਦੀ ਨਾਲ ਸ਼ਾਮ ਤੱਕ ਇਹ ਗੱਲ ਵੀ ਰਿਲੀਜ਼ ਹੁੰਦੀ ਵੀ ਭਾਈ ਇਹ ਪੂਰਾ ਦੇਖੋ ਤੁਸੀਂ, ਜਿਵੇਂ ਤੁਸੀਂ ਦੱਸਿਆ ਵੀ ਉਹ ਬੰਦਾ ਪਹਿਲਾਂ ਸੈਲਫੀਆਂ ਲੈ ਚੁੱਕਿਆ ਸੀਗਾ, ਹੋ ਸਕਦਾ ਕਲਿੱਪ ਉਹ ਨਹੀਂ ਚੱਲਿਆ ਜਿਹ 'ਚ ਉਹਨੂੰ ਹਟਾਇਆ ਗਿਆ। ਪਰ ਗੱਲ ਇਹ ਹੈ ਵੀ ਤੁਹਾਡੇ ਵੱਲੋਂ ਜਵਾਬ ਦੇ ਕਰਨੀ ਕਿਤੇ ਦੇਰੀ ਜਾਂ ਕਿਤੇ ਕਮਜ਼ੋਰੀ ਸਿਸਟਮ ਨਹੀਂ ਰਹਿ ਜਾਂਦਾ, ਜਿਹਦੇ ਕਰਕੇ ਗੱਲ ਇਹ ਹੈ ਵੀ ਫਿਰ ਸਾਹਮਣੇ ਵਾਲੇ, ਚਲੋ ਜੇ ਤੁਹਾਡੇ ਹਿਸਾਬ ਨਾਲ ਹੀ ਲਾ ਲਈਏ, ਸਾਹਮਣੇ ਵਾਲੇ ਮਜ਼ਬੂਤੀ ਨਾਲ ਨਿਕਲ ਜਾਂਦੇ ਨੇ। ਬਾਈ ਜੀ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹੂੰਗਾ ਵੀ ਇਹ ਕਿਧਰੇ ਨਾ ਕਿਧਰੇ ਇਹਨਾਂ ਚੀਜ਼ਾਂ ਵਿੱਚ ਹੀ ਆਪਣੇ ਲੋਕਾਂ ਨੂੰ ਫਸਾਇਆ ਜਾ ਰਿਹਾ, ਸਾਡੀ ਪਬਲਿਕ ਨੂੰ ਗੁੰਮਰਾਹ ਕੀਤਾ ਜਾ ਰਿਹਾ ਵੀ ਇਹ ਸਾਡਾ ਵੀ ਫਰਜ਼ ਬਣਦਾ। ਅਸੀਂ ਕੀ ਚਾਹੁੰਦੇ ਆਪਦੇ ਨਿੱਜੀ ਜੀਵਨ ਵਿੱਚ ਜਾਂ ਆਪਣੇ ਆਉਣ ਵਾਲੀ ਸੁਸਾਇਟੀ ਵਾਸਤੇ ਜਾਂ ਦੇਸ਼ ਵਾਸਤੇ ਅਸੀਂ ਕਮੇਡੀ ਨਹੀਂ ਚਾਹੁੰਦੇ, ਅਸੀਂ ਦੇਸ਼ ਦੇ ਵਿੱਚ ਪ੍ਰੋਗਰੈਸ ਗਰੋਥ ਚਾਹੁੰਦੇ ਆ। ਉਹਦੇ ਵਾਸਤੇ ਸਾਨੂੰ ਇੱਕ ਚੰਗੇ ਲੀਡਰ ਦੀ ਸਰਾਸਰ ਲੋੜ ਹੈ। ਐਡੀ ਵੱਡੀ ਤਾਕਤ ਸਾਡੇ ਦੇਸ਼ ਦੀ ਹੈ, ਇੰਨੇ ਸਾਡੇ ਕੋਲ ਸੋਰਸਸ ਆ, ਨੌਜਵਾਨੀ ਹੈ ਸਾਡੇ ਕੋਲ, ਫਿਰ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਨੈਸ਼ਨਲਿਜ਼ਮ ਦਾ ਮੁੱਦਾ ਚੱਕ ਕੇ, ਹਿੰਦੂਇਜ਼ਮ ਦਾ ਮੁੱਦਾ ਚੁੱਕ ਕੇ ਲੋਕਾਂ ਨੂੰ ਹਿੰਦੂ ਮੁਸਲਿਮ ਕਰਕੇ ਆਪਸ 'ਚ ਲੜਾ ਕੇ ਇਹ ਚੀਜ਼ਾਂ 'ਤੇ ਲੜਾਈ ਜਾ ਰਹੇ ਹੈ।
ਹੁਣ ਤੁਸੀਂ ਸਾਡੇ ਦੇਸ਼ ਦੀਆਂ ਸਰਹੱਦਾਂ ਮਹਿਫੂਜ਼ ਨਹੀਂ ਹੈਗੀਆਂ, ਹੋਰ ਕਿੰਨੇ ਮੁੱਦੇ ਨੇ। ਆਪਣੇ ਗੁਜਰਾਤ ਪੋਰਟ ਤੇ ਕਿੰਨੇ ਵਾਰੀ ਨਸ਼ਾ ਫੜਿਆ ਗਿਆ, ਉੱਥੇ ਕਿਹਦੀ ਸਰਕਾਰ ਹੈ ਵੀ ਉਹ ਕਿਹਦੇ ਕਿਸ ਕਾਰਪੋਰੇਟ ਘਰਾਣੇ ਦੇ ਅਧੀਨ ਆ ਉਹ ਚੀਜ਼ਾਂ, ਉਹਨਾਂ ਤੇ ਕਿਉਂ ਨਹੀਂ ਆਪਣਾ ਗੌਰ ਫਰਮਾਇਆ ਜਾ ਰਿਹਾ। ਫਿਰ ਇੰਨੇ ਚ ਇਹ ਵੀ ਦੱਸ ਦਿਓ ਵੀ ਉਹ ਜਿਹੜੀ 40-45 ਹਜ਼ਾਰ ਦੀ ਕਹਿੰਦੇ ਟੀ-ਸ਼ਰਟ ਪਾਈ ਫਿਰਦੇ ਆ, ਸੱਚੀ ਉਹ ਇੰਨੇ ਦੀ ਹੈਗੀ ਆ? ਪਹਿਲੀ ਗੱਲ ਤਾਂ ਜੇ ਹੈਗੀ ਆ ਤਾਂ ਫਿਰ ਆਖਰਕਾਰ ਜੇ ਕਿਹਾ ਜਾਵੇ ਉਹ ਕਹਿੰਦੇ ਵਿੱਚ ਕਿੱਥੇ ਠੰਡ ਲੱਗਣੀ ਆ, ਕਹਿੰਦੇ ਇੰਨੇ ਦੇ ਸਹਾਰੇ ਤਾਂ ਬੰਦਾ ਵੈਸੇ ਉੱਡਿਆ ਫਿਰੀ ਜਾਂਦਾ। 40-45 ਹਜ਼ਾਰ ਦੀ ਟੀ-ਸ਼ਰਟ ਤਾਂ ਅੱਜ ਕੱਲ ਮਤਲਬ ਵੀ ਤੁਸੀਂ ਦੇਖ ਸਕਦੇ ਹੋ ਵੀ ਕੋਈ ਵੀ ਮੰਨ ਲਓ ਕੋਈ 100 ਕਿੱਲੇ ਵਾਲਾ ਜ਼ਿਮੀਂਦਾਰ ਉਹ ਵੀ ਪਾ ਕੇ ਘੁੰਮਦਾ ਜੀ। ਤੇ ਮੰਨ ਲਓ ਜੇ ਉਹਨਾਂ ਜੇ ਰਾਹੁਲ ਗਾਂਧੀ ਜੀ ਨੇ, ਪਹਿਲੀ ਗੱਲ ਤਾਂ ਮੈਂ ਇਸ ਚੀਜ਼ ਨੂੰ ਵੀ ਇਹ ਹਰ ਚੀਜ਼ ਨੂੰ ਵੀ ਪ੍ਰੋਪੋਗੈਂਡਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਕਾਰੀ ਤਾਂ ਹੈ ਨਹੀਂ, ਪਰ ਇਹਦਾ ਮਤਲਬ ਪਾਈ ਤਾਂ ਹੋਈ ਆ। ਨਹੀਂ ਤਾਂ ਪਾਈ ਹੋਈ ਤੇ ਉਹਦੇ ਨਾਲ ਕੀ ਹੋ ਗਿਆ ਜੀ? ਮੰਨ ਲਓ ਜੀ ਟੀ-ਸ਼ਰਟ ਜਾਂ ਕੱਪੜੇ ਪਾਉਣ ਵਾਸਤੇ ਹੀ ਬਣੇ ਆ। ਜੇ ਹੁਣ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਆ, ਆਪਣੇ ਆਪ ਨੂੰ ਆਮ ਦੱਸਣ ਵਾਲਾ ਭਗਵੰਤ ਮਾਨ ਗੁੱਚੀ ਦੇ 5-5 ਲੱਖ ਦੇ ਜੁੱਤੇ ਪਾਉਂਦਾ ਹੈ, ਤੇ ਤੁਸੀਂ ਇੱਥੋਂ ਤੁਸੀਂ ਦੇਖ ਸਕਦੇ ਹੋ ਵੀ ਉਹ ਤਾਂ ਫਿਰ ਵੀ ਨੈਸ਼ਨਲ ਲੀਡਰ ਹੈ। ਤੇ ਸਾਡੇ ਜਿਹੜੇ ਆਮ ਲੋਕ ਹੈ, ਲੋਕਾਂ ਦਾ ਪੈਸਾ, ਠੀਕ ਹੈ ਜੀ, ਤੇ ਲੋਕਾਂ ਦਾ ਹੁਣ ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਆਪਣੇ ਆਪ ਨੂੰ ਆਮ ਦੱਸਣ ਵਾਲੇ ਤੇ ਅੱਜ ਗੁੱਚੀ ਦੇ ਜੁੱਤੇ ਪਾ ਰਹੀ ਹੈ, ਤਾਂ ਗੱਲ ਕਿੱਧਰ ਨੂੰ ਜਾ ਰਹੀ ਹੈ? ਇਸ ਚੀਜ਼ ਨੂੰ ਤੁਸੀਂ ਮੱਦੇਨਜ਼ਰ ਰੱਖੋ। ਪਰ ਫਿਰ ਮੈਂ ਤੁਹਾਨੂੰ ਕਹੂੰਗਾ ਵੀ ਆਪਾਂ ਆਪਣੇ ਰਸਤੇ ਤੋਂ ਡਿਸਟਰੈਕਟ ਨਾ ਹੋਈਏ। ਸਾਡੇ ਦੇਸ਼ ਦੇ ਮੁੱਦੇ ਕੀ ਹੈ, ਸਾਡੇ ਏਜੰਡੇ ਕੀ ਹੈ? ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਚੀਜ਼ਾਂ ਜਦੋਂ ਲੋਕਾਂ ਦੇ ਦਿਮਾਗ 'ਚ ਜਾਂਦੀਆਂ ਨੇ, ਇੱਕ ਉਹ ਚਿਹਰਾ ਵੀ ਤੁਹਾਡੇ ਯਾਦ ਹੋਣਾ ਕਿ ਆਖਰਕਾਰ ਪੱਪੂ ਕਹਿ ਕੇ ਰਾਹੁਲ ਗਾਂਧੀ ਨੂੰ ਸੰਬੋਧਨ ਕੀਤਾ ਗਿਆ। ਹਾਲਾਂਕਿ ਚਲੋ ਕਿਸੇ ਵੀ ਲੀਡਰ ਦੀ ਸ਼ਾਨ ਦੇ ਵਿੱਚ ਬੋਲਣਾ ਬੜਾ ਗਲਤ ਹੁੰਦਾ, ਪਰ ਲੱਗਦਾ ਵੀ ਲੋਕਾਂ ਦੇ ਮਨਾਂ 'ਚ ਵੀ ਲੱਗਣ ਲੱਗ ਗਿਆ ਵੀ ਯਾਰ ਸੀਰੀਅਸਲੀ ਆਪਾਂ ਰਾਹੁਲ ਗਾਂਧੀ ਦੀ ਫਿਰ ਸੁਣੀਏ ਜਾਂ ਨਹੀਂ। ਜਿਹੜੀ ਇਹ ਯਾਤਰਾ ਤੁਸੀਂ ਇੰਨਾ ਲੰਬਾ ਸਫ਼ਰ ਤੈਅ ਕਰੇ, ਲੋਕ ਜਦੋਂ ਮਿਲਦੇ ਨੇ ਉਹ ਸੀਰੀਅਸਨੈਸ ਦੇ ਨਾਲ ਹੀ ਮਿਲਦੇ ਨੇ ਜਾਂ ਰਾਹੁਲ ਗਾਂਧੀ ਦਾ ਹਜੇ ਵੀ ਕਿਤੇ ਨਾ ਕਿਤੇ ਉਹ ਛਵੀ ਹੈ ਜਿਹੜੀ ਉਹ ਲੱਗੀ ਹੋਈ ਹੈਗੀ ਨਾਲ? ਬਾਈ ਜੀ ਹੁਣ 11 ਤਰੀਕ ਤੋਂ ਯਾਤਰਾ ਪੰਜਾਬ ਦੇ ਵਿੱਚ ਐਂਟਰ ਹੋਊਗੀ, ਤੁਸੀਂ ਚੰਗੀ ਤਰ੍ਹਾਂ ਉਹਦਾ ਐਕਸਪੀਰੀਅੰਸ ਕਰਿਓ ਆਪ ਵੀ ਜਾ ਕੇ। ਪਰ ਮੈਂ ਤੁਹਾਨੂੰ ਇਹ ਦੱਸਣਾ ਵੀ ਚਾਹੂੰਗਾ ਵੀ ਲੋਕਾਂ ਦੇ ਮਨ ਵਿੱਚ ਇੱਕ ਗੁੱਸਾ ਹੈ, ਲੋਕਾਂ ਦੇ ਮਨ ਵਿੱਚ ਇੱਕ ਰੋਸ ਹੈ ਜਦੋਂ ਰਾਹੁਲ ਜੀ ਨੂੰ ਆ ਕੇ ਮਿਲਦੇ ਆ, ਕਿਉਂਕਿ ਜੋ ਸਰਕਾਰ ਸਾਡੇ ਦੇਸ਼ ਵਿੱਚ ਚੱਲ ਰਹੀ ਹੈ, ਜਿਸ ਤਰ੍ਹਾਂ ਦੇ ਉਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ, ਇੱਕ ਵਾਅਦੇ ਤੇ ਵੀ ਉਹ ਖਰੇ ਨਹੀਂ ਉਤਰੇ। ਸਾਡੇ ਦੇਸ਼ ਦਾ ਜੋ ਭਵਿੱਖ ਹੈ, ਸਾਡੇ ਦੇਸ਼ ਦੇ ਮਹਿਲਾਵਾਂ ਨੇ, ਮਤਲਬ ਨੌਜਵਾਨ ਨੇ, ਬਹੁਤ ਜ਼ਿਆਦਾ ਦੁਖੀ ਨੇ। ਉਹਨਾਂ ਦੇ ਮਨ ਦੇ ਵਿੱਚ ਦਰਦ ਹੈ, ਆ ਕੇ ਉਹ ਰਾਹੁਲ ਜੀ ਨਾਲ ਗੱਲ ਆ ਕੇ ਰੋਂਦੇ ਆ, ਨਾਲ ਚੱਲਦੇ ਆਪਣੀਆਂ ਦੁੱਖਾਂ ਤਕਲੀਫਾਂ ਦੱਸਦੇ ਆ। ਉਹ ਚਾਹੁੰਦੇ ਆ ਵੀ ਸਾਡੇ ਦੇਸ਼ ਨੂੰ ਬਚਾਉਣ ਵਾਸਤੇ ਰਾਹੁਲ ਗਾਂਧੀ ਜੀ ਤੁਹਾਨੂੰ ਅੱਗੇ ਆਉਣਾ ਪਊਗਾ। ਰਾਹੁਲ ਜੀ ਤਾਂ ਸੜਕਾਂ ਤੇ ਚੱਲ ਰਹੇ ਆ, ਪਰ ਲੋਕਾਂ ਦਾ ਬਹੁਤ ਵੱਡਾ ਜਿਵੇਂ ਹਜੂਮ, ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆ ਕੇ ਰਾਹੁਲ ਗਾਂਧੀ ਜੀ ਦੇ ਪਿੱਛੇ ਚੱਲਦੇ ਆ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਕਿਧਰੇ ਨਾ ਕਿਧਰੇ ਇੱਕ ਭੈ ਪੈਦਾ ਕੀਤਾ ਹੋਇਆ। ਤੁਸੀਂ ਦੂਜੀਆਂ ਸਟੇਟਾਂ 'ਚ ਜਾ ਕੇ ਦੇਖੋਗੇ ਤਾਂ ਲੋਕਾਂ ਨੂੰ ਆਜ਼ਾਦੀ ਨਹੀਂ ਹੈਗੀ ਆਪਣੀ ਆਵਾਜ਼ ਚੱਕਣ ਦੀ, ਲੋਕਾਂ ਨੂੰ ਜਿਸ ਤਰ੍ਹਾਂ ਵੀ ਬਿਲਕੁਲ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਯਾਤਰਾ ਸ਼ੁਰੂ ਹੋਈ ਹੈ, ਇੱਕ ਇਨਕਲਾਬ ਲੈ ਕੇ ਆਊਗੀ, ਇੱਕ ਉન્નਤੀ ਦੇ ਅਤੇ ਤਰੱਕੀ ਦਾ ਰਾਹ ਸਾਡੇ ਦੇਸ਼ ਦਾ ਹੋਊਗਾ। ਕਿਉਂਕਿ ਸਾਡੇ ਦੇਸ਼ ਵਿੱਚ ਬਹੁਤ ਬੁਰੇ ਹਾਲਾਤ ਨੇ, ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਹੈ, ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ। ਜਿੰਨੇ ਵੀ ਤੁਸੀਂ ਸਾਡੇ ਦੇਸ਼ ਦੀ ਜੁਡੀਸ਼ਰੀ ਓਪਨਲੀ ਆ ਕੇ ਮੀਡੀਆ ਨੂੰ ਸੰਬੋਧਨ ਕਰ ਰਹੀ ਹੈ ਵੀ ਜੋ ਇੰਟਰਨਲੀ ਚੀਜ਼ਾਂ ਚੱਲ ਰਹੀ ਹੈ, ਉਸ ਤੋਂ ਬਾਅਦ ਤੁਸੀਂ ਪ੍ਰਿੰਟ ਮੀਡੀਆ ਦੀ ਗੱਲ ਕਰ ਲਓ, ਕੋਈ ਵੀ ਕਿਸੇ ਵੀ ਖੇਤਰ ਦੀ ਗੱਲ ਕਰ ਲਓ, ਕਿਸਾਨੀ ਖੇਤਰ ਦੀ ਗੱਲ ਕਰ ਲਓ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ, ਜਦੋਂ ਯਾਤਰਾ ਦਾ ਮੈਂ ਪਾਰਟ ਬਣਿਆ ਉਸ ਤੋਂ ਪਹਿਲਾਂ ਅਸੀਂ ਟਿੱਕਰੀ ਬਾਰਡਰ ਤੇ ਲਾਸਟ ਤੇ ਆਉਣ ਲੱਗਿਆ ਸੀ ਪਹਿਲਾਂ ਵੀ ਆਖਰਕਾਰ, ਪਰ ਤੋਨੇ ਚਲੋ ਇਹ ਤਾਂ ਸਾਰੀਆਂ ਚੀਜ਼ਾਂ ਹੋ ਗਈਆਂ, ਮੁੱਦੇ ਤਾਂ ਬੜੇ ਇਹ ਜੇ ਕਹੀਏ ਕਿ ਬਥੇਰੇ, ਜਿੰਨੀ ਗੱਲਾਂ ਕਰ ਲਈਏ ਘੱਟ ਨੇਗੇ। ਗੁਰਜੋਤ ਨੂੰ ਕੀ ਲੋੜ ਪਈ ਆਖਰਕਾਰ? ਤੁਸੀਂ ਵੀ ਉਰੇ ਆਉਂਦੇ ਤਾਂ ਸਵਾਗਤ ਕਰ ਲੈਂਦੇ, ਹਾਰ ਦੋ ਮਾਲਾਂ ਦੇ ਬੁੱਕੇ ਤੁਸੀਂ ਫੜਾ ਆਉਂਦੇ। ਤੋਂ ਬਾਈ ਜੀ ਗੱਲ ਕੀ ਹੈ, ਚਲ ਮੈਂ ਵੀ ਮੇਰੇ ਵਾਸਤੇ ਇੱਕ ਖੁਸ਼ਕਿਸਮਤੀ ਵਾਲੀ ਗੱਲ ਆ ਜਾਂ ਵੀ ਮੈਂ ਲੱਕੀ ਆ ਵੀ ਉਸ ਯਾਤਰਾ ਦਾ ਪਾਰਟ ਬਣਿਆ ਰਾਹੁਲ ਗਾਂਧੀ ਜੀ ਨਾਲ। 117 ਬੰਦਿਆਂ ਦੇ ਵਿੱਚ ਮੈਨੂੰ ਪੰਜਾਬ ਦੇ ਵਿੱਚੋਂ ਅਸੀਂ 2 ਬੰਦੇ ਆ ਵੀ ਜਿਨ੍ਹਾਂ ਨੂੰ ਇੱਕ ਉਸ ਯਾਤਰਾ ਦੇ ਵਿੱਚ ਜਾ ਕੇ ਚੱਲਣ ਦਾ ਮੌਕਾ ਮਿਲਿਆ। ਕਿਉਂਕਿ ਇਸ ਤੋਂ ਪਹਿਲਾਂ ਅਸੀਂ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ, 1 ਸਾਲ ਲੰਮਾ ਸਮਾਂ ਅਸੀਂ ਟਿੱਕਰੀ ਬਾਰਡਰ ਤੇ ਜਾ ਕੇ ਬੈਠੇ। ਉੱਥੇ ਅਸੀਂ ਇੱਕ ਸੰਸਥਾ ਚਲਾਈ, ਨੌਜਵਾਨ ਮੁੰਡਿਆਂ ਨੇ, ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਐਫੀਲੇਟਡ ਸਾਡਾ ਇੱਕ ਗਰੁੱਪ ਸੀਗਾ, ਸਾਰਿਆਂ ਨੇ ਮਿਲ ਕੇ ਉਹ ਅਸੀਂ ਸੰਸਥਾ ਚਲਾਈ। ਉਸ ਤੋਂ ਬਾਅਦ ਜਦੋਂ ਧਰਨਾ ਅਸੀਂ ਜਿੱਤ ਕੇ ਘਰ ਨੂੰ ਵਾਪਸ ਪਰਤੇ ਤਾਂ ਸਾਨੂੰ ਇੱਕ ਉਮੀਦ ਸੀਗੀ ਵੀ ਜੋ ਮੋਦੀ ਨੇ ਇਸ ਧਰਨੇ ਨੂੰ ਖਤਮ ਕਰਕੇ ਸਾਨੂੰ ਉਮੀਦ ਦਿੱਤੀ ਆ, ਆਸ਼ਾ ਦੀ ਕਿਰਨ ਸਾਡੀ ਜਗਾਈ ਹੈ ਵੀ ਉਸ ਤੇ ਖਰਾ ਉਤਰੂਗਾ, ਉਸ ਤੇ ਤੁਸੀਂ ਹਜੇ ਤੱਕ ਕੋਈ ਅਸਰ ਨਹੀਂ ਹੋਇਆ। ਉਸ ਤੋਂ ਬਾਅਦ ਜਦੋਂ ਅਗਨੀਵੀਰ ਸਕੀਮ ਆਈ, ਉਸ ਦੇ ਵਿਰੋਧ ਵਿੱਚ ਅਸੀਂ ਪਹਿਲਾਂ ਜਾ ਕੇ ਮੈਮੋਰੈਂਡਮ ਦਿੱਤਾ। ਜਦੋਂ ਉਸ ਤੇ ਕੋਈ ਅਸਰ ਨਾ ਹੋਇਆ, ਫਿਰ ਅਸੀਂ ਜਾ ਕੇ JP ਨੱਡਾ ਜਿਹੜਾ ਕਿ ਭਾਜਪਾ ਦਾ ਪ੍ਰੈਜ਼ੀਡੈਂਟ ਹੈ ਦੇਸ਼ ਦਾ, ਉਹਦੇ ਘਰ ਦੇ ਬਾਹਰ ਜਾ ਕੇ RSS ਵਾਲੀਆਂ ਦੀਆਂ ਨਿੱਕਰਾਂ ਨੂੰ ਅੱਗ ਲਾਈ। ਵੀ ਸਾਡਾ ਇੱਕ ਸਿੰਬੋਲਿਕ ਧਰਨਾ ਸੀਗਾ ਵੀ ਤੁਸੀਂ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਅਸੀਂ ਇਹ ਨਿੱਕਰਾਂ ਨੂੰ ਅੱਗ ਲਾ ਕੇ ਅਸੀਂ ਉੱਥੇ ਧਰਨਾ ਦਿੱਤਾ। ਪਰ ਉਸ ਦੇ ਵਿਰੋਧ ਵਿੱਚ ਇਹਨਾਂ ਨੇ, BJP ਵਾਲਿਆਂ ਨੇ ਕੀ ਕਰਿਆ ਵੀ ਜੋ ਸੱਤਾ ਦਾ ਦੁਰਉਪਯੋਗ ਹੁੰਦਾ, ਸਾਡੇ ਤੇ 307 ਦੇ ਪਰਚੇ ਕੱਟੇ ਗਏ 9 ਬੰਦਿਆਂ ਤੇ। ਸਾਨੂੰ ਤਿਹਾੜ ਜੇਲ੍ਹ ਵਿੱਚ ਸਾਨੂੰ ਰੱਖਿਆ ਗਿਆ, ਸਾਡੀ ਜ਼ਮਾਨਤ ਤੇ ਅਸੀਂ ਬਾਹਰ ਆਏ ਹੋਏ ਆ।
ਇਸ ਤਰ੍ਹਾਂ ਦਾ ਤੁਸੀਂ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਸਾਡੇ ਦੇਸ਼ ਵਿੱਚ। ਫਿਰ ਕਿਧਰੇ ਨਾ ਕਿਧਰੇ ਸਾਡੇ ਮਨ ਵਿੱਚ ਆਇਆ ਵੀ ਜਦੋਂ ਸਾਨੂੰ ਇਹੋ ਜਿਹੇ ਹਾਲਾਤ ਸਾਡੇ ਦੇਸ਼ ਵਿੱਚ ਕੀਤੇ ਜਾ ਰਹੇ ਆ, ਅਸੀਂ ਫਿਰ ਵੀ ਅਵੇਅਰ ਹਾਂ, ਸਟੂਡੈਂਟ ਲੀਡਰ ਹਾਂ, ਵੀ ਸਾਡੇ ਨਾਲ ਹੀ ਇਹੋ ਜਿਹੀ ਧੱਕੇਸ਼ਾਹੀ ਹੋ ਰਹੀ ਹੈ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ। ਵੈਸੇ ਕਮਾਲ ਕਰਤੀ। ਚਲੋ ਹੁਣ ਤਾਂ ਮੈਂ ਖਤਮ ਕਰੂੰਗਾ ਵੀ ਇਹ ਨਿਕਰਾਂ ਨੂੰ ਅੱਗ ਲਾਉਣ ਵਾਲੀ ਕੀ ਗੱਲ ਬਣਾਈ ਤੀ ਵੀ ਸਿੰਬੋਲਿਕ ਐਡਾ ਵੱਡਾ ਜਾਣਾ ਸੀਗਾ ਨਹੀਂ ਮੈਸੇਜ। ਬਿਲਕੁਲ ਬਾਈ ਜੀ, ਜਾਣਾ ਸੀ। ਜਦੋਂ ਅਸੀਂ ਛੋਟੇ ਲੈਵਲ ਤੇ ਪ੍ਰੋਟੈਸਟ ਕੀਤੇ, ਜੋ ਅਸਰ ਹੀ ਨਹੀਂ ਹੋ ਰਿਹਾ, ਕੋਈ ਉਸ ਤੇ ਰਿਐਕਟ ਹੀ ਨਹੀਂ ਕਰ ਰਹੇ, ਪਰ ਜਦੋਂ ਅਸੀਂ ਉੱਥੇ ਜਾ ਕੇ ਇਸ ਚੀਜ਼ ਦਾ ਵਿਰੋਧ ਕਰਿਆ ਤਾਂ ਉਹਦਾ ਮੁੱਦਾ ਵੀ ਵੱਡਾ ਬਣਿਆ। ਪਰ ਸਾਡੇ ਤੇ ਪਰਚੇ ਤਾਂ ਹੋਏ, ਸਾਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਵੀ ਜਦੋਂ ਬਗਾਵਤ ਕਰਨੀ ਜ਼ਰੂਰੀ ਹੈ ਜ਼ੁਲਮ ਦੇ ਖਿਲਾਫ ਜੀ। ਬਹੁਤ ਬਹੁਤ ਧੰਨਵਾਦ। ਗੁਰਜੋਤ ਖੈਰ ਲੱਗੇ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚੋਂ ਦੋਏ ਮੁੰਡੇ ਨੇ, ਉਹਨਾਂ ਚੋਂ ਇੱਕ ਇਹ ਨੇਗੇ। ਖੈਰ ਸਾਰੀਆਂ ਚੀਜ਼ਾਂ ਦਾ ਸਵਾਲਾਂ ਦਾ ਇਸ ਕਰਕੇ ਸੀਗਾ ਕਿਉਂਕਿ ਬਹੁਤ ਸਮੇਂ ਤੋਂ ਜਿਹੜਾ ਇੱਕ ਨੈਰੇਟਿਵ ਸੈੱਟ ਹੋਇਆ ਉਹ ਚੀਜ਼ ਨੂੰ ਇੱਕ ਤਾਂ ਰਾਹੁਲ ਗਾਂਧੀ ਖੁਦ ਵੀ ਬਦਲਣਾ ਚਾਹੁੰਦੇ ਨੇ ਤੇ ਦੂਜੇ ਪਾਸੇ ਇਹ ਵੀ ਸੀ ਆਖਰਕਾਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਪਿੱਛੇ ਦੀ ਕਹਾਣੀ ਕੀ ਆ। ਹੁਣ ਜੇ ਦੇਖੀਏ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ, ਖੈਰ ਉਦੋਂ ਦੇਖਾਂਗੇ ਕੀ ਕੁਝ ਗੱਲਾਂ ਬਾਤਾਂ ਹੁੰਦੀਆਂ ਨੇਗੀਆਂ, ਪਰ ਇਹ ਗੱਲ ਵੀ ਕਹੀ ਜਾ ਸਕਦੀ ਹੈ ਵੀ ਕਾਂਗਰਸ ਦੀਆਂ ਆਪਦੀਆਂ ਗਲਤੀਆਂ ਵੀ ਪਿੱਛੇ ਛੱਡ ਨਹੀਂ ਸਕਦੇ ਕਿ ਜਿਹਦੇ ਕਰਕੇ ਅੱਜ ਕਾਂਗਰਸ ਦੇ ਖੁਦ ਦੇ ਲੀਡਰ ਹੀ ਕਈ ਵਾਰ ਕਹਿੰਦੇ ਨਜ਼ਰ ਆਉਂਦੇ ਨੇ ਕਿ ਬਈ ਸਾਡੇ ਤੋਂ ਗਲਤ ਹੋ ਗਿਆ ਸੀ, ਤਾਈਓ ਕਰਕੇ ਸਾਨੂੰ ਜਿਹੜਾ ਵਿਰੋਧੀ ਧਿਰ 'ਚ ਬਿਠਾਇਆ, ਪਰ ਅੱਗੇ ਨੂੰ ਅਸੀਂ ਬਹੁਤ ਚੀਜ਼ਾਂ ਸੈੱਟ ਕਰ ਰਹੇ ਹਾਂ। ਖੈਰ ਦੇਖਦੇ ਹਾਂ ਕਿ ਅੱਗੇ ਹਾਲਾਤ ਕੀ ਬਦਲਦੇ ਨੇ ਤੇ ਕਿਸ ਤਰ੍ਹਾਂ ਦੀ ਤਸਵੀਰ ਅੱਗੇ ਰਾਹੁਲ ਗਾਂਧੀ ਆਪਦੀ ਲਾਸਟ ਜਦੋਂ ਹੋਊਗਾ ਉਦੋਂ ਬਾਅਦ ਛਵੀ ਉੱਭਰ ਕੇ ਉਹਨਾਂ ਦੀ ਸਾਹਮਣੇ ਆਉਂਦੀ ਹੈ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।